ਤੀਜਾ ਹੈ ਨੈਟਵਰਕਿੰਗ। ਅੱਜ ਦੇ ਸ਼ਕਤੀਸ਼ਾਲੀ ਯੁੱਗ ਵਿੱਚ ਇੱਕ ਸਥਾਨ ਤੋਂ ਦੂਸਰੇ ਸਥਾਨ ਲਈ ਅਕਸਰ ਡਾਟਾ ਭੇਜਣ ਲਈ ਤੇਜ਼ ਸੰਚਾਰ ਚੈਨਲਾਂ ਦੀ ਲੋੜ ਪੈਂਦੀ ਹੈ। ਇਸ ਲਈ ਦੂਰੀ 'ਤੇ ਡਾਟਾ ਸੰਚਾਰ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਡਾਟਾ ਨੂੰ ਤੇਜ਼ੀ ਨਾਲ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਭੇਜਣ ਲਈ ਨੈਟਵਰਕਿੰਗ ਦਾ ਸੰਕਲਪ ਸ਼ੁਰੂ ਕੀਤਾ ਗਿਆ ਹੈ। ਨੈਟਵਰਕਿੰਗ ਵਿੱਚ ਵਿਸ਼ਵ ਦੇ ਵੱਖ-ਵੱਖ ਭਾਗਾਂ ਤੋਂ ਕੰਪਿਊਟਰਾਂ ਨੂੰ ਇੱਕ ਦੂਜੇ ਨਾਲ ਜੋੜਿਆ ਗਿਆ ਹੈ ਤਾਂ ਜੋ ਉਹ ਇੱਕ ਦੂਜੇ ਨਾਲ ਡਾਟਾ ਸ਼ੇਅਰ ਕਰ ਸਕਣ। ਨੈਟਵਰਕਿੰਗ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ ਜੋ ਕਿ ਨੈਟਵਰਕ ਵਿੱਚ ਤਾਰਾਂ, ਟੈਲੀਫੋਨ ਲਾਈਨਾਂ, ਰੇਡੀਓ ਤਰੰਗਾਂ, ਸੈਟੇਲਾਈਟ ਜਾਂ ਇਨਫਰਾਰੈੱਡ ਦੀਆਂ ਤਰੰਗਾਂ ਦੁਆਰਾ ਆਪਸ ਵਿੱਚ ਜੁੜੇ ਹੁੰਦੇ ਹਨ ਤਾਂ ਜੋ ਫਾਈਲਾਂ ਦੀ ਅਦਲਾ ਬਦਲੀ, ਸਰੋਤਾਂ ਦੀ ਸਾਂਝ ਅਤੇ ਸੰਚਾਰ ਕੀਤਾ ਜਾ ਸਕੇ। ਅਸੀਂ ਨੈਟਵਰਕ ਦੁਆਰਾ ਕਈ ਯੂਜ਼ਰਾਂ ਵਿਚਕਾਰ ਸਾਫਟਵੇਅਰ ਅਤੇ ਹਾਰਡਵੇਅਰ ਸਰੋਤਾਂ ਦੀ ਸਾਂਝ ਕਰ ਸਕਦੇ ਹਾਂ। ਕੰਪਿਊਟਰਾਂ ਵਿੱਚ ਨੈਟਵਰਕ ਕਨੈਕਸ਼ਨ ਜ਼ਿਆਦਾਤਰ ਤਾਰਾਂ ਕੇਬਲ ਦੁਆਰਾ ਬਣੇ ਹੁੰਦੇ ਹਨ, ਪਰ ਰੇਡੀਓ ਸਿਗਨਲ ਦੁਆਰਾ, ਵਾਇਰਲੈਸ ਜਾਂ ਵਾਈਫਾਈ, ਟੈਲੀਫੋਨ ਤਾਰਾਂ ਜਾਂ ਹੋਰ ਲੰਬੀ ਦੂਰੀ ਵਾਲੇ ਸੈਟੇਲਾਈਟ ਲਿੰਕ ਦੁਆਰਾ ਵੀ ਨੈਟਵਰਕ ਨੂੰ ਕਨੈਕਸ਼ਨ ਬਣਾਏ ਜਾ ਸਕਦੇ ਹਨ। ਨੈਟਵਰਕਿੰਗ ਦੀ ਲੋੜ। ਕੰਪਿਊਟਰ ਦੀ ਨੈਟਵਰਕਿੰਗ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਇਸ ਦੁਆਰਾ ਡਾਟਾ ਦੀ ਸਾਂਝ ਅਤੇ ਅਦਲਾ ਬਦਲੀ ਵਧੀਆ ਢੰਗ ਨਾਲ ਹੁੰਦੀ ਹੈ। ਨੈਟਵਰਕਿੰਗ ਦੇ ਕੁਝ ਆਮ ਤੱਤ ਇਸ ਪ੍ਰਕਾਰ ਹਨ। ਨੈਟਵਰਕ ਦੀ ਵਰਤੋਂ। ਈਮੇਲ ਦੁਆਰਾ ਸੰਚਾਰ, ਵੀਡੀਓ ਕਾਨਫਰੰਸਿੰਗ, ਤੁਰੰਤ ਮੈਸੇਜ ਆਦਿ ਕਰਨ ਲਈ ਕੀਤੀ ਜਾਂਦੀ ਹੈ। ਬਹੁਤ ਸਾਰੇ ਯੂਜ਼ਰਾਂ ਨੂੰ ਇੱਕੋ ਹੀ ਹਾਰਡਵੇਅਰ ਦੀ ਸਾਂਝ ਕਰਨ ਲਈ ਆਗਿਆ ਦਿੰਦਾ ਹੈ, ਜਿਵੇਂ ਕਿ ਪ੍ਰਿੰਟਰ ਜਾਂ ਸਕੈਨਰ। ਨੈਟਵਰਕ ਫਾਈਲਾਂ ਦੀ ਸ਼ੇਅਰਿੰਗ ਜਾਂ ਸਾਂਝ ਕਰਨ ਦੀ ਆਗਿਆ ਦਿੰਦਾ ਹੈ। ਰਿਮੋਟ ਸਿਸਟਮ ਤੇ ਸਾਫਟਵੇਅਰ ਜਾਂ ਆਪਰੇਟਿੰਗ ਪ੍ਰੋਗਰਾਮ ਦੀ ਸਾਂਝ ਕਰਨ ਦੀ ਆਗਿਆ ਦਿੰਦਾ ਹੈ। ਨੈਟਵਰਕ ਯੂਜ਼ਰਾਂ ਵਿੱਚ ਸੂਚਨਾ ਨੂੰ ਆਸਾਨੀ ਨਾਲ ਪਹੁੰਚਾਉਣਾ ਅਤੇ ਇਸ ਨੂੰ ਸਾਂਭ ਕੇ ਰੱਖਣ ਦੀ ਆਗਿਆ ਦਿੰਦਾ ਹੈ। ਅਲੱਗ-ਅਲੱਗ ਜਗ੍ਹਾ 'ਤੇ ਬੈਠੇ ਯੂਜ਼ਰਾਂ ਨੂੰ ਇਕੱਠੇ ਗੇਮ ਖੇਡਣ ਦੀ ਆਗਿਆ ਦਿੰਦਾ ਹੈ। ਇੱਕੋ ਸਮੇਂ ਵਿੱਚ ਬਿਨਾਂ ਅਦਾਇਗੀ ਦੇ ਬਹੁਤ ਸਾਰੇ ਯੂਜ਼ਰਾਂ ਨੂੰ ਇੰਟਰਨੈਟ ਵਰਤਣ ਦੀ ਆਗਿਆ ਦਿੰਦਾ ਹੈ। ਡਾਟਾ ਨੂੰ ਕੇਂਦਰ ਵਿੱਚ ਸਟੋਰ ਕਰਨਾ, ਫਾਈਲ ਸਰਵਰ ਦੁਆਰਾ ਜਾਂ ਬੈਕਅਪ ਲੈਣ ਲਈ ਆਸਾਨੀ ਨਾਲ ਵਰਤਣ ਦੀ ਆਗਿਆ ਦਿੰਦਾ ਹੈ। ਕੰਪਿਊਟਰ ਨੈਟਵਰਕ ਦੇ ਭਾਗ। ਕੰਪਿਊਟਰ ਨੈਟਵਰਕ ਯੂਜ਼ਰ ਨੂੰ ਦੂਰ-ਦੂਰ ਤੱਕ ਫੈਲੇ ਦੂਜੇ ਕੰਪਿਊਟਰਾਂ ਨੂੰ ਨੈਟਵਰਕ ਨਾਲ ਜੁੜਨ ਦੀ ਸੁਵਿਧਾ ਦਿੰਦਾ ਹੈ। ਇਹ ਫਾਈਲ ਸ਼ੇਅਰਿੰਗ, ਹਾਰਡਵੇਅਰ ਸ਼ੇਅਰਿੰਗ ਅਤੇ ਸੰਚਾਰ ਕਰਨ ਆਦਿ ਦੀ ਵੀ ਸੁਵਿਧਾ ਦਿੰਦਾ ਹੈ ਅਤੇ ਨਾਲ ਹੀ ਘਰਾਂ, ਦਫ਼ਤਰਾਂ, ਵੱਡੀਆਂ ਸੰਸਥਾਵਾਂ ਜਿਵੇਂ ਕਿ ਯੂਨੀਵਰਸਿਟੀ ਆਦਿ ਵਿੱਚ ਸੰਚਾਰ ਦਾ ਸਾਧਨ ਹੈ। ਕੰਪਿਊਟਰ ਨੈਟਵਰਕ ਦੇ ਕਈ ਹਿੱਸੇ ਹੁੰਦੇ ਹਨ। ਹਰੇਕ ਹਿੱਸਾ ਨੈਟਵਰਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੁੰਦਾ ਹੈ। ਕੰਪਿਊਟਰ ਨੈਟਵਰਕ ਵਿੱਚ ਉਹ ਹਿੱਸੇ ਮੌਜੂਦ ਹੁੰਦੇ ਹਨ ਜੋ ਕਿ ਘਰਾਂ ਅਤੇ ਦਫ਼ਤਰਾਂ ਦੋਵਾਂ ਜਗ੍ਹਾ ਨੈਟਵਰਕ ਇੰਸਟਾਲ ਕਰਨ ਲਈ ਜ਼ਰੂਰੀ ਹੁੰਦੇ ਹਨ। ਇੰਸਟਾਲੇਸ਼ਨ ਪ੍ਰੋਸੈਸ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਇਸ ਦੇ ਭਾਗਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਸਾਨੂੰ ਪਤਾ ਲੱਗ ਜਾਵੇ ਕਿ ਕਿਹੜਾ ਭਾਗ ਤੁਹਾਡੇ ਨੈਟਵਰਕ ਸਿਸਟਮ ਲਈ ਸਹੀ ਹੈ। ਕੰਪਿਊਟਰ ਨੈਟਵਰਕ ਦਾ ਮੁੱਖ ਕੰਮ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨਾ ਹੈ। ਨੈਟਵਰਕ ਨੂੰ ਸੈਟਅਪ ਕਰਨ ਲਈ ਸਭ ਤੋਂ ਮੁੱਢਲਾ ਸਟੈਪ ਇਹ ਪਤਾ ਕਰਨਾ ਹੈ ਕਿ ਕਿਸ ਤਰ੍ਹਾਂ ਦਾ ਕੰਪਿਊਟਰ ਅਤੇ ਯੂਜ਼ਰ ਨੈਟਵਰਕ ਦਾ ਹਿੱਸਾ ਹੋਵੇਗਾ। ਇਹਨਾਂ ਕੰਪਿਊਟਰਾਂ ਨੈਟਵਰਕਿੰਗ ਲਈ ਵਰਤੇ ਜਾਣ ਵਾਲੇ ਕੰਪਿਊਟਰਾਂ ਦੇ ਤਰ੍ਹਾਂ ਹੀ ਹੁੰਦੇ ਹਨ। ਕਲਾਇੰਟ ਜਾਂ ਨੋਡ ਇੱਕ ਆਮ ਕੰਪਿਊਟਰ ਸਿਸਟਮ ਹੈ ਜੋ ਕਿ ਨੈਟਵਰਕ ਵਿੱਚ ਸਰੋਤਾਂ ਦੀ ਸਾਂਝ ਕਰਨ ਲਈ ਜੁੜਿਆ ਹੁੰਦਾ ਹੈ। ਸਰਵਰ ਇਹ ਇੱਕ ਸ਼ਕਤੀਸ਼ਾਲੀ ਕੰਪਿਊਟਰ ਹੈ। ਇਹ ਸੂਚਨਾ ਜਾਂ ਸਰੋਤਾਂ ਦੀ ਸਾਂਝ ਕਰਨ ਲਈ ਮਦਦ ਕਰਦੇ ਹਨ। ਇਹ ਦੂਸਰੇ ਹੋਰ ਨੋਡਸ 'ਤੇ ਕੰਟਰੋਲ ਕਰਦਾ ਹੈ। ਨੈਟਵਰਕ ਇੰਟਰਫੇਰੈਂਸ ਕਾਰਡ ਇੱਕ ਕੰਪਿਊਟਰ ਸਰਕਟ ਬੋਰਡ ਜਾਂ ਕਾਰਡ ਹੈ ਜੋ ਕਿ ਕੰਪਿਊਟਰ ਵਿੱਚ ਇੰਸਟਾਲ ਹੁੰਦਾ ਹੈ ਅਤੇ ਕੰਪਿਊਟਰ ਨੂੰ ਨੈਟਵਰਕ ਨਾਲ ਜੋੜਦਾ ਹੈ। ਇਹ ਹਰੇਕ ਕਲਾਇੰਟ ਅਤੇ ਸਰਵਰ ਕੰਪਿਊਟਰ ਵਿੱਚ ਫਿੱਟ ਜਾਂ ਮੌਜੂਦ ਹੋਣਾ ਚਾਹੀਦਾ ਹੈ। ਅਸਲ ਵਿੱਚ ਇਹ ਕਾਰਡ ਸਰਵਰ ਕਲਾਇੰਟ ਵਿੱਚ ਸੰਬੰਧ ਬਣਾਉਂਦਾ ਹੈ। ਹਰੇਕ ਨੈਟਵਰਕ ਇੰਟਰਫੇਸ ਕਾਰਡ ਨਾਲ ਜੁੜੇ ਹੋਏ ਕਲਾਇੰਟ ਦਾ ਆਪਣਾ ਇੱਕ ਨੰਬਰ ਹੁੰਦਾ ਹੈ ਜਿਸ ਨੂੰ ਨੋਡ ਐਡਰੈਸ ਕਿਹਾ ਜਾਂਦਾ ਹੈ। ਨੈਟਵਰਕ ਕਾਰਡ ਦੋ ਤਰ੍ਹਾਂ ਦੇ ਹੁੰਦੇ ਹਨ, ਤਾਰ ਵਾਲਾ ਜਾਂ ਤਾਰ ਤੋਂ ਬਿਨਾਂ। ਤਾਰ ਵਾਲਾ ਨੈਟਵਰਕ ਇੰਟਰਫੇਸ ਕਾਰਡ ਡਾਟਾ ਦੇ ਟ੍ਰਾਂਸਫਰ ਜਾਂ ਸੰਚਾਰ ਲਈ ਕੇਬਲ ਅਤੇ ਕਨੈਕਸ਼ਨ ਦੀ ਵਰਤੋਂ ਕਰਦੇ ਹਨ, ਜਦ ਕਿ ਬਿਨਾਂ ਤਾਰ ਦਾ ਕਾਰਡ ਰੇਡੀਓ ਤਰੰਗਾਂ ਦੀ ਵਰਤੋਂ ਕਰਦੇ ਹੋਏ ਐਂਟੀਨਾ ਤੋਂ ਕਨੈਕਸ਼ਨ ਬਣਾਉਂਦਾ ਹੈ। ਹੱਬ ਸਵਿੱਚ। ਨੈਟਵਰਕਿੰਗ ਹੱਬ ਇੱਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁਪੱਖੀ ਕੰਪਿਊਟਰਾਂ ਨੂੰ ਇਕਹਿਰੇ ਨੈਟਵਰਕ ਡਿਵਾਈਸ ਦੇ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਸਧਾਰਨ ਰੂਪ ਵਿੱਚ ਹੱਬ ਇੱਕ
पोर्ट तो प्राप्त होए डाटा नूं डुप्लीकेट करन दा काम करदा है ਅਤੇ ਇਸ ਨੂੰ ਸਮੂਹ ਪੋਰਟਾਂ ਤੇ ਉਪਲਬਧ ਕਰਾਉਂਦਾ ਹੈ। ਇਸ ਲਈ ਹੱਥ ਨਾਲ ਜੁੜੇ ਸਮੂਹ ਯੰਤਰਾਂ ਦੇ ਦਰਮਿਆਨ ਡਾਟਾ ਵੰਡ ਦੀ ਆਗਿਆ ਦਿੰਦਾ ਹੈ। ਰਾਊਟਰ ਇਹ ਹਾਰਡਵੇਅਰ ਡਿਵਾਈਸ ਹੈ ਜੋ ਕਿ ਡਾਟਾ ਨੂੰ ਪ੍ਰਾਪਤ ਕਰਦਾ ਹੈ। ਪ੍ਰਾਪਤ ਕੀਤੇ ਡਾਟਾ ਦਾ ਨਿਰੀਖਣ ਕਰਕੇ ਉਸ ਦੀ ਨੈਟਵਰਕ ਵਿੱਚ ਜਾਂ ਦੂਸਰੇ ਨੈਟਵਰਕ ਵਿੱਚ ਅੱਗੇ ਭੇਜਦਾ ਹੈ। ਨੈਟਵਰਕ ਦੇ ਲਾਭ ਅਤੇ ਹਾਨੀਆਂ। ਨੈਟਵਰਕ ਦੇ ਲਾਭ: ਡਾਟਾ ਅਤੇ ਸੂਚਨਾ ਦੀ ਸਾਂਝ ਕਰਨ ਲਈ। ਨੈਟਵਰਕ ਰਾਹੀਂ ਤੁਸੀਂ ਡਾਟਾ, ਪ੍ਰੋਗਰਾਮਾਂ ਅਤੇ ਇਸ ਦੇ ਨਾਲ ਵੱਖ-ਵੱਖ ਸਰੋਤਾਂ ਦੀ ਸਾਂਝ ਕਰ ਸਕਦੇ ਹੋ। ਇਸ ਕਾਰਨ ਸੰਭਵ ਹੁੰਦਾ ਹੈ ਕਿਉਂਕਿ ਸਾਰੀਆਂ ਫਾਈਲਾਂ ਕੇਂਦਰੀ ਕੰਪਿਊਟਰ ਉੱਤੇ ਸਟੋਰ ਹੁੰਦੀਆਂ ਹਨ। ਸਰਵਰ ਇਹਨਾਂ ਫਾਈਲਾਂ ਦੀ ਸਾਂਝ ਕਰਨ ਲਈ ਆਗਿਆ ਦਿੰਦਾ ਹੈ। ਹਾਰਡਵੇਅਰ ਅਤੇ ਸੌਫਟਵੇਅਰ ਸ਼ੇਅਰ ਕਰਨ ਲਈ। ਨੈਟਵਰਕ ਦੇ ਅੰਦਰ ਹਾਰਡਵੇਅਰ ਅਤੇ ਸੌਫਟਵੇਅਰ ਨੂੰ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ। ਉਦਾਹਰਨ ਲਈ ਇੱਕ ਪ੍ਰਿੰਟਰ ਨੂੰ ਨੈਟਵਰਕ ਦੇ ਅੰਦਰ ਕਈ ਯੂਜ਼ਰ ਦੁਆਰਾ ਸ਼ੇਅਰ ਕੀਤਾ ਜਾਂਦਾ ਹੈ, ਜਿਸ ਕਰਕੇ ਕੰਪਨੀ ਵਿੱਚ ਹਰੇਕ ਕੰਪਿਊਟਰ ਲਈ ਵੱਖਰਾ ਪ੍ਰਿੰਟਰ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਕਮਿਊਨੀਕੇਸ਼ਨ ਮੀਡੀਆ। ਨੈਟਵਰਕ ਬਹੁਤ ਹੀ ਤੇਜ਼ ਸੰਚਾਰ ਮਾਧਿਅਮ ਮੁਹੱਈਆ ਕਰਵਾਉਂਦਾ ਹੈ। ਉਦਾਹਰਨ ਵਜੋਂ ਦਫ਼ਤਰਾਂ ਵਿੱਚ ਈਮੇਲ ਇੱਕ ਤੇਜ਼ ਮਾਧਿਅਮ ਵਜੋਂ ਵਰਤੀ ਜਾਂਦੀ ਹੈ। ਫਾਈਲ ਇੰਟੀਗ੍ਰਿਟੀ। ਨੈਟਵਰਕ ਰਾਹੀਂ ਫਾਈਲਾਂ ਦੀ ਇੰਟੀਗ੍ਰਿਟੀ ਬਣੀ ਰਹਿੰਦੀ ਹੈ, ਜਿਸ ਨਾਲ ਸਮੇਂ ਦੀ ਕਾਫੀ ਬਚਤ ਹੁੰਦੀ ਹੈ। ਨੈਟਵਰਕ ਵਿੱਚ ਫਾਈਲਾਂ ਦੀ ਵਰਤੋਂ ਤੇ ਸਾਂਝ ਤੇਜ਼ੀ ਨਾਲ ਹੁੰਦੀ ਹੈ। ਸਸਤਾ ਸਾਧਨ। ਨੈਟਵਰਕ ਰਾਹੀਂ ਅਸੀਂ ਪ੍ਰਿੰਟਰ ਵਰਗੀਆਂ ਮਹਿੰਗੀਆਂ ਇਨਪੁੱਟ ਅਤੇ ਆਊਟਪੁੱਟ ਡਿਵਾਈਸਿਸ ਦੀ ਸਾਂਝ ਕਰ ਸਕਦੇ ਹਾਂ। ਇਸ ਨਾਲ ਸਮੁੱਚੇ ਸਿਸਟਮ ਦੀ ਕੀਮਤ ਘੱਟ ਜਾਂਦੀ ਹੈ। ਭਰੋਸੇਯੋਗਤਾ। ਨੈਟਵਰਕ ਸਾਨੂੰ ਬਹੁਤ ਸਾਰੇ ਸਰੋਤਾਂ ਨੂੰ ਵਰਤਣ ਦਾ ਭਰੋਸਾ ਦਿਵਾਉਂਦੀ ਹੈ। ਉਦਾਹਰਨ ਵਜੋਂ ਜਦੋਂ ਹਾਰਡਵੇਅਰ ਫੇਲ ਹੋ ਜਾਂਦਾ ਹੈ ਤਾਂ ਨੈਟਵਰਕ ਦੇ ਰਾਹੀਂ ਸੂਚਨਾ ਕਿਸੇ ਹੋਰ ਕੰਪਿਊਟਰ ਤੋਂ ਇਕੱਠੀ ਕੀਤੀ ਜਾ ਸਕਦੀ ਹੈ। ਲਚਕਤਾ ਜਾਂ ਫਲੈਕਸੀਬਿਲਿਟੀ। ਨੈਟਵਰਕ ਵੱਧ ਫਲੈਕਸੀਬਿਲਿਟੀ ਪ੍ਰਦਾਨ ਕਰਦਾ ਹੈ ਕਿਉਂਕਿ ਇਸ ਵਿੱਚ ਵੱਖ-ਵੱਖ ਵਿਕਰੇਤਾਵਾਂ ਦੇ ਯੰਤਰਾਂ ਨੂੰ ਜੋੜਨ ਦੀ ਸੰਭਾਵਨਾ ਹੁੰਦੀ ਹੈ। ਬੈਕਅਪ। ਵੱਖ-ਵੱਖ ਦੂਸਰੇ ਕੰਪਿਊਟਰਾਂ ਤੋਂ ਕਿਸੇ ਫਾਈਲ ਦਾ ਬੈਕਅਪ ਲੈਣਾ ਬਹੁਤ ਔਖਾ ਹੁੰਦਾ ਹੈ। ਜੇਕਰ ਅਸੀਂ ਨੈਟਵਰਕ ਨਾਲ ਜੁੜੇ ਹੋਏ ਹਾਂ ਤਾਂ ਸਰਵਰ ਤੋਂ ਬੈਕਅਪ ਲੈਣਾ ਬਹੁਤ ਸੌਖਾ ਹੁੰਦਾ ਹੈ। ਸੁਰੱਖਿਆ। ਨੈਟਵਰਕ ਨੂੰ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ। ਨੈਟਵਰਕ ਯੂਜ਼ਰ ਸਿਰਫ ਕੁਝ ਕੁ ਫਾਈਲਾਂ ਜਾਂ ਐਪਲੀਕੇਸ਼ਨਾਂ ਨੂੰ ਚਲਾ ਸਕਦਾ ਹੈ। ਸਪੀਡ। ਨੈਟਵਰਕ ਤੇ ਨਿਰਭਰ ਕਰਦੇ ਹੋਏ ਨੈਟਵਰਕ ਦੇ ਅੰਦਰ ਫਾਈਲਾਂ ਨੂੰ ਸ਼ੇਅਰ ਅਤੇ ਟ੍ਰਾਂਸਫਰ ਕਰਨਾ ਬਹੁਤ ਤੇਜ਼ ਹੁੰਦਾ ਹੈ। ਫਾਈਲਾਂ ਦੀ ਇੰਟੀਗ੍ਰਿਟੀ ਦੀ ਸੰਭਾਲ ਕਰਨ ਦੇ ਵਿੱਚ ਲੱਗੇ ਸਮੇਂ ਦੀ ਬਚਤ ਹੁੰਦੀ ਹੈ। ਨੈਟਵਰਕ ਦੀਆਂ ਹਾਨੀਆਂ। ਨੈਟਵਰਕ ਫੇਲ ਹੋਣਾ। ਨੈਟਵਰਕ ਦੇ ਫੇਲ ਹੋਣ ਤੇ ਸਾਰੀਆਂ ਕੇਂਦਰੀ ਸੁਵਿਧਾਵਾਂ ਫੇਲ ਹੋ ਜਾਂਦੀਆਂ ਹਨ। ਮੈਨੇਜਮੈਂਟ। ਨੈਟਵਰਕ ਦੀ ਮੈਨੇਜਮੈਂਟ ਕਰਨਾ ਔਖਾ ਹੁੰਦਾ ਹੈ। ਸਿਕਿਉਰਿਟੀ। ਸਿਕਿਉਰਿਟੀ ਦਾ ਖਤਰਾ ਨੈਟਵਰਕ ਤੇ ਹਮੇਸ਼ਾ ਮੌਜੂਦ ਹੁੰਦਾ ਹੈ। ਨੈਟਵਰਕ ਉੱਪਰ ਡਾਟਾ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ। ਨੈਟਵਰਕ ਬਣਾਉਣਾ ਇੱਕ ਮਹਿੰਗਾ ਵਪਾਰ ਹੁੰਦਾ ਹੈ। ਨੈਟਵਰਕ ਟਪੋਲੋਜੀ। ਕੰਪਿਊਟਰ ਦੀਆਂ ਨੈਟਵਰਕਿੰਗ ਡਿਵਾਈਸ ਦੇ ਗ੍ਰਾਫਿਕਲ ਪ੍ਰਬੰਧ ਨੂੰ ਨੈਟਵਰਕ ਟਪੋਲੋਜੀ ਕਿਹਾ ਜਾਂਦਾ ਹੈ। ਅਲੱਗ-ਅਲੱਗ ਨੋਡਸ ਅਤੇ ਕੰਪਿਊਟਰ ਨੈਟਵਰਕ ਆਪਸ ਵਿੱਚ ਜਿਸ ਕ੍ਰਮ ਵਿੱਚ ਜੁੜੇ ਹੁੰਦੇ ਹਨ ਉਸ ਨੂੰ ਟਪੋਲੋਜੀ ਕਿਹਾ ਜਾਂਦਾ ਹੈ। ਇਹ ਕੰਪਿਊਟਰ ਨੈਟਵਰਕ ਹਾਰਡਵੇਅਰ ਦੀ ਆਸਾਨੀ ਲੇਆਊਟ ਨੂੰ ਦਰਸਾਉਂਦਾ ਹੈ। ਦੋ ਜਾਂ ਦੋ ਤੋਂ ਜ਼ਿਆਦਾ ਡਿਵਾਈਸ ਇੱਕ ਲਿੰਕ ਨਾਲ ਜੁੜੇ ਹੁੰਦੇ ਹਨ ਅਤੇ ਦੋ ਜਾਂ ਦੋ ਤੋਂ ਜ਼ਿਆਦਾ ਲਿੰਕ ਟਪੋਲੋਜੀ ਬਣਾਉਂਦੇ ਹਨ। ਟਪੋਲੋਜੀ ਨੈਟਵਰਕ ਯੰਤਰਾਂ ਦੇ ਵਿੱਚ ਵਰਤੇ ਜਾਂਦੇ ਡਾਟਾ ਦੇ ਰਸਤੇ ਦਾ ਪਤਾ ਕਰਦੀ ਹੈ। ਟਪੋਲੋਜੀ ਦਾ ਲੌਜਿਕ ਜਾਂ ਭੌਤਿਕ ਤਰੀਕੇ ਨਾਲ ਪਤਾ ਕੀਤਾ ਜਾ ਸਕਦਾ ਹੈ। ਫਿਜ਼ੀਕਲ ਟਪੋਲੋਜੀ ਵਿੱਚ ਨੈਟਵਰਕ ਦੇ ਭਾਗ ਜਿਵੇਂ ਕਿ ਜਿਸ ਵਿੱਚ ਡਿਵਾਈਸ ਦੀ ਜਗ੍ਹਾ ਦੀ ਜਾਣਕਾਰੀ, ਕੇਬਲ ਦੀ ਇੰਸਟਾਲੇਸ਼ਨ ਆਦਿ ਦੀ ਪਲੇਸਮੈਂਟ ਹੁੰਦੀ ਹੈ, ਜਦਕਿ ਲੌਜੀਕਲ ਟਪੋਲੋਜੀ ਇਹ ਪਤਾ ਕਰਦੀ ਹੈ ਜਾਂ ਦੱਸਦੀ ਹੈ ਕਿ ਨੈਟਵਰਕ ਵਿੱਚ ਡਾਟਾ ਕਿਵੇਂ ਵਹਿੰਦਾ ਹੈ ਜਾਂ ਫਲੋ ਹੁੰਦਾ ਹੈ। ਨੈਟਵਰਕ ਲਈ ਟਪੋਲੋਜੀ ਦੀ ਚੋਣ ਇਕੱਲਤਾ ਵਿੱਚ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਮੀਡੀਆ ਦੀ ਚੋਣ ਅਤੇ ਐਕਸੈਸ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰਦਾ ਹੈ। ਇਸ ਟਪੋਲੋਜੀ ਦੀ ਚੋਣ ਕਰਨ ਸਮੇਂ ਹੇਠਾਂ ਲਿਖੇ ਤੱਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਟਪੋਲੋਜੀ ਦੀ ਚੋਣ ਕਰਨ ਦੇ ਸਮੇਂ ਅਸੀਂ ਉਹਨਾਂ ਯੰਤਰਾਂ ਜਾਂ ਡਿਵਾਈਸ ਦਾ ਧਿਆਨ ਰੱਖਦੇ ਹਾਂ ਜੋ ਇਸ ਨਾਲ ਜੋੜੇ ਜਾਂਦੇ ਹਨ। ਨੈਟਵਰਕ ਵਿੱਚ ਨੋਡਸ ਦੇ ਦੋ ਤਰ੍ਹਾਂ ਦੇ ਸੰਬੰਧ ਹੁੰਦੇ ਹਨ। ਪੀਅਰ ਟੂ ਪੀਅਰ। ਇਸ ਤਰ੍ਹਾਂ ਦੇ ਸੰਬੰਧ ਵਿੱਚ ਲਿੰਕ ਨਾਲ ਜੁੜਨ ਲਈ ਸਾਰੇ ਡਿਵਾਈਸ ਦਾ ਦਰਜਾ ਬਰਾਬਰ ਹੁੰਦਾ ਹੈ। ਉਦਾਹਰਨ ਲਈ ਰਿੰਗ ਮੈਸ਼ ਟੋਪੋਲੋਜੀ। ਕਲਾਇੰਟ ਸਰਵਰ। ਇਸ ਵਿੱਚ ਇੱਕ ਡਿਵਾਈਸ ਟ੍ਰੈਫਿਕ ਨੂੰ ਕੰਟਰੋਲ ਕਰਦਾ ਹੈ ਅਤੇ ਦੂਸਰੇ ਡਿਵਾਈਸ ਪ੍ਰਾਇਮਰੀ ਡਿਵਾਈਸ ਦੇ ਦੁਆਰਾ ਸੰਚਾਰ ਕਰਦੇ ਹਨ। ਨੈਟਵਰਕ ਟੋਪੋਲੋਜੀ ਦੀਆਂ ਕਿਸਮਾਂ। ਬੱਸ ਟੋਪੋਲੋਜੀ ਇੱਕ ਬਹੁਤ ਹੀ ਸਧਾਰਨ ਨੈਟਵਰਕ ਟੋਪੋਲੋਜੀ ਹੈ। ਇਸ ਤਰ੍ਹਾਂ ਦੀ ਟੋਪੋਲੋਜੀ ਵਿੱਚ ਸਾਰੇ ਨੋਡਸ ਟੀ ਕਨੈਕਟਰ ਦੀ ਮਦਦ ਨਾਲ ਕੇਬਲ ਜਾਂ ਤਾਰ ਨਾਲ ਜੁੜੇ ਹੁੰਦੇ ਹਨ। ਇਹ ਕੇਂਦਰੀ ਕੇਬਲ ਨੈਟਵਰਕ ਦੀ ਰੀੜ੍ਹ ਦੀ ਹੱਡੀ ਦੀ ਤਰ੍ਹਾਂ ਹੈ, ਜਿਸ ਨੂੰ ਬੱਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕਰਕੇ ਇਸ ਦਾ ਨਾਮ ਬੱਸ ਟੋਪੋਲੋਜੀ ਹੈ। ਸਾਰੇ ਵਰਕਸਟੇਸ਼ਨ ਦੂਜੇ ਡਿਵਾਈਸ ਨਾਲ
ਇਸੇ ਬੱਸ ਦੁਆਰਾ ਹੀ ਸੰਚਾਰ ਕਰਦੇ ਹਨ। ਸੋਰਸ ਦੁਆਰਾ ਇੱਕ ਸਿਗਨਲ ਭੇਜਿਆ ਜਾਂਦਾ ਹੈ ਜੋ ਕਿ ਬੱਸ ਕੇਬਲ ਨਾਲ ਜੁੜੇ ਸਾਰੇ ਵਰਕ ਸਟੇਸ਼ਨਾਂ ਤੇ ਜਾਂਦਾ ਹੈ। ਜਿਵੇਂ ਕਿ ਮੈਸੇਜ ਭੇਜਿਆ ਜਾਂਦਾ ਹੈ, ਉਸ ਮੈਸੇਜ ਨੂੰ ਸਿਰਫ ਉਹ ਹੀ ਰਿਸਿਪਟ ਸਵੀਕਾਰ ਕਰਦਾ ਹੈ ਜਿਸ ਦਾ IP ਐਡਰੈਸ ਮੇਲ ਖਾਂਦਾ ਹੈ। ਜੇਕਰ ਮਸ਼ੀਨ ਦਾ IP ਐਡਰੈਸ ਦਿੱਤੇ ਹੋਏ ਐਡਰੈਸ ਨਾਲ ਮੇਲ ਨਾ ਖਾਵੇ ਤਾਂ ਮਸ਼ੀਨ ਸਿਗਨਲ ਨੂੰ ਰੱਦ ਕਰ ਦਿੰਦੀ ਹੈ। ਬੱਸ ਟੋਪੋਲੋਜੀ ਦੇ ਲਾਭ। ਕੋਈ ਵੀ ਨਵਾਂ ਕੰਪਿਊਟਰ ਆਸਾਨੀ ਨਾਲ ਇਸ ਵਿੱਚ ਜੋੜਿਆ ਜਾ ਸਕਦਾ ਹੈ। ਇਹ ਸਸਤੀ ਤਕਨੀਕ ਹੈ। ਜੇਕਰ ਇੱਕ ਕੰਪਿਊਟਰ ਫੇਲ ਹੋ ਜਾਵੇ ਤਾਂ ਦੂਸਰੇ ਕੰਪਿਊਟਰ ਪ੍ਰਭਾਵਿਤ ਨਹੀਂ ਹੁੰਦੇ। ਇਸ ਨੂੰ ਸਮਝਣਾ ਤੇ ਜੋੜਨਾ ਵੀ ਆਸਾਨ ਹੈ। ਦੂਜੇ ਨੈਟਵਰਕ ਟੋਪੋਲੋਜੀ ਦੇ ਮੁਕਾਬਲੇ ਘੱਟ ਤਾਰ ਦੀ ਜ਼ਰੂਰਤ ਪੈਂਦੀ ਹੈ। ਇਹ ਛੋਟੇ ਨੈਟਵਰਕ ਵਿੱਚ ਵਰਤੀ ਜਾਂਦੀ ਹੈ। ਬੱਸ ਟੋਪੋਲੋਜੀ ਦੀਆਂ ਹਾਨੀਆਂ। ਹੋਰ ਨੋਡਸ ਨੂੰ ਜੋੜਨ ਲਈ ਜ਼ਿਆਦਾ ਤਾਰ ਦੀ ਲੋੜ ਪੈਂਦੀ ਹੈ। ਜੇਕਰ ਮੁੱਖ ਕੇਂਦਰੀ ਲਾਈਨ ਫੇਲ ਹੋ ਜਾਵੇ ਤਾਂ ਸਾਰਾ ਨੈਟਵਰਕ ਬੰਦ ਹੋ ਜਾਂਦਾ ਹੈ ਜਾਂ ਖਤਮ ਹੋ ਜਾਂਦਾ ਹੈ। ਕੰਪਿਊਟਰਾਂ ਦੀ ਗਿਣਤੀ ਵਧਣ ਤੇ ਨੈਟਵਰਕ ਦੀ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਕੇਬਲ ਦੀ ਲੰਬਾਈ ਸੀਮਿਤ ਹੁੰਦੀ ਹੈ। ਇਹ ਰਿੰਗ ਟੋਪੋਲੋਜੀ ਦੇ ਮੁਕਾਬਲੇ ਹੌਲੀ ਹੁੰਦੀ ਹੈ। ਦੋਹਾਂ ਕੇਬਲਾਂ ਦੇ ਅਖੀਰ ਵਿੱਚ ਟਰਮੀਨਲ ਦੀ ਜ਼ਰੂਰਤ ਪੈਂਦੀ ਹੈ। ਜੇਕਰ ਸਾਰਾ ਨੈਟਵਰਕ ਬੰਦ ਹੋ ਜਾਂਦਾ ਹੈ ਤਾਂ ਸਮੱਸਿਆਵਾਂ ਦਾ ਪਤਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ। ਰਿੰਗ ਟੋਪੋਲੋਜੀ। ਇਸ ਵਿੱਚ ਸਾਰੇ ਕੰਪਿਊਟਰ ਇੱਕ ਰਿੰਗ ਦੀ ਤਰ੍ਹਾਂ ਜੁੜੇ ਹੁੰਦੇ ਹਨ। ਇਸ ਵਿੱਚ ਹਰੇਕ ਨੋਡ ਅੱਗੇ ਦੋ ਹੋਰ ਨੋਡਸ ਨਾਲ ਜੁੜੇ ਹੁੰਦੇ ਹਨ। ਰਿੰਗਸ ਇੱਕ ਦਿਸ਼ਾਵੀ ਵੀ ਹੋ ਸਕਦੇ ਹਨ ਜਿਸ ਵਿੱਚ ਸਾਰਾ ਟ੍ਰੈਫਿਕ ਰਿੰਗ ਦੇ ਦੁਆਲੇ ਕਲੋਕਵਾਈਜ਼ ਜਾਂ ਐਂਟੀ ਕਲੋਕਵਾਈਜ਼ ਜਾਂਦਾ ਹੈ। ਡਾਟਾ ਨੂੰ ਸਵੀਕਾਰ ਕਰਨ ਲੱਗੇ ਹਰੇਕ ਨੋਡ ਆਪਣਾ ਐਡਰੈਸ ਚੈੱਕ ਕਰਦਾ ਹੈ। ਜੇਕਰ ਇਹ ਡਾਟਾ ਉਸ ਨੋਡ ਲਈ ਹੈ ਤਾਂ ਹੀ ਇਹ ਪ੍ਰਾਪਤ ਕੀਤਾ ਜਾਂਦਾ ਹੈ, ਨਹੀਂ ਤਾਂ ਸਵੀਕਾਰ ਨਹੀਂ ਕੀਤਾ ਜਾਂਦਾ। ਰਿੰਗ ਟੋਪੋਲੋਜੀ ਦੋ ਤਰ੍ਹਾਂ ਦੀ ਹੁੰਦੀ ਹੈ, ਸਿੰਗਲ ਰਿੰਗ, ਡਿਊਲ ਰਿੰਗ। ਸਿੰਗਲ ਰਿੰਗ ਨੈਟਵਰਕ ਵਿੱਚ ਕੰਪਿਊਟਰ ਨੈਟਵਰਕ ਦੁਆਰਾ ਇੱਕੋ ਕੇਬਲ ਦੀ ਸਾਂਝ ਕੀਤੀ ਜਾਂਦੀ ਹੈ ਅਤੇ ਡਾਟਾ ਇੱਕੋ ਹੀ ਦਿਸ਼ਾ ਵਿੱਚ ਜਾਂਦਾ ਹੈ। ਹਰੇਕ ਡਿਵਾਈਸ ਆਪਣੀ ਵਾਰੀ ਦਾ ਇੰਤਜ਼ਾਰ ਕਰਦਾ ਹੈ ਅਤੇ ਇਹ ਡਾਟਾ ਅੱਗੇ ਭੇਜਦਾ ਹੈ। ਜਦੋਂ ਡਾਟਾ ਆਪਣੀ ਜਗ੍ਹਾ ਤੇ ਪਹੁੰਚਦਾ ਹੈ ਤਾਂ ਹੀ ਦੂਸਰਾ ਡਿਵਾਈਸ ਡਾਟਾ ਭੇਜ ਸਕਦੀ ਹੈ। ਡਿਊਲ ਰਿੰਗ। ਇਹ ਟੋਪੋਲੋਜੀ ਅਲੱਗ-ਅਲੱਗ ਦਿਸ਼ਾ ਵਿੱਚ ਡਾਟਾ ਭੇਜਣ ਲਈ ਦੋ ਤਰ੍ਹਾਂ ਦੀ ਰਿੰਗ ਦੀ ਵਰਤੋਂ ਕਰਦੀ ਹੈ ਤਾਂ ਜੋ ਨੈਟਵਰਕ ਉੱਪਰ ਜ਼ਿਆਦਾ ਤੋਂ ਜ਼ਿਆਦਾ ਪੈਕੇਟ ਭੇਜੇ ਜਾ ਸਕਣ। ਰਿੰਗ ਟੋਪੋਲੋਜੀ ਦੇ ਲਾਭ। ਇਹ ਇੱਕ ਤਰਤੀਬਵਾਰ ਵਿੱਚ ਚੱਲਣ ਵਾਲਾ ਨੈਟਵਰਕ ਹੈ ਜਿੱਥੇ ਹਰੇਕ ਡਿਵਾਈਸ ਦੀ ਟੋਕਨ ਤੱਕ ਪਹੁੰਚ ਹੁੰਦੀ ਹੈ ਅਤੇ ਡਾਟਾ ਭੇਜਣ ਦੀ ਸਮਰੱਥਾ ਹੁੰਦੀ ਹੈ। ਭਾਰੀ ਨੈਟਵਰਕ ਲੋਡ ਵਿੱਚ ਇਹ ਬੱਸ ਟੋਪੋਲੋਜੀ ਤੋਂ ਵਧੀਆ ਕੰਮ ਕਰਦੀ ਹੈ। ਇਸ ਵਿੱਚ ਕਨੈਕਟੀਵਿਟੀ ਨੂੰ ਸਾਂਭਣ ਲਈ ਕੇਂਦਰੀ ਨੋਡ ਦੀ ਜ਼ਰੂਰਤ ਨਹੀਂ ਪੈਂਦੀ। ਡਿਵਾਈਸ ਅਤੇ ਕੇਬਲ ਨਾਲ ਸਮੱਸਿਆਵਾਂ ਨੂੰ ਲੱਭਣਾ ਆਸਾਨ ਹੈ। ਜੇਕਰ ਇੱਕ ਯੰਤਰ ਜਾਂ ਡਿਵਾਈਸ ਸਿਗਨਲ ਪ੍ਰਾਪਤ ਨਹੀਂ ਕਰਦਾ ਤਾਂ ਦਿੱਤੇ ਹੋਏ ਸਮੇਂ ਤੋਂ ਬਾਅਦ ਇਹ ਅਲਾਰਮ ਵਜਾਉਂਦਾ ਹੈ। ਰਿੰਗ ਟੋਪੋਲੋਜੀ ਦੀਆਂ ਹਾਨੀਆਂ। ਇੱਕ ਕੰਪਿਊਟਰ ਦੇ ਫੇਲ ਹੋਣ ਨਾਲ ਸਾਰੇ ਨੈਟਵਰਕ ਨੂੰ ਨੁਕਸਾਨ ਪਹੁੰਚਦਾ ਹੈ। ਜੇਕਰ ਕੋਈ ਸਮੱਸਿਆ ਆ ਜਾਵੇ ਤਾਂ ਉਸ ਨੂੰ ਲੱਭ ਕੇ ਠੀਕ ਕਰਨਾ ਮੁਸ਼ਕਲ ਹੁੰਦਾ ਹੈ। ਕੰਪਿਊਟਰ ਨੂੰ ਲਗਾਉਣਾ ਜਾਂ ਹਟਾਉਣ ਨਾਲ ਨੈਟਵਰਕ ਵਿੱਚ ਵਿਘਨ ਪੈਂਦਾ ਹੈ। ਬੱਸ ਟੋਪੋਲੋਜੀ ਦੇ ਮੁਕਾਬਲੇ ਰਿੰਗ ਨੈਟਵਰਕ ਲਈ ਜ਼ਿਆਦਾ ਕੇਬਲ ਦੀ ਜ਼ਰੂਰਤ ਪੈਂਦੀ ਹੈ। ਸਟਾਰ ਟੋਪੋਲੋਜੀ। ਇਸ ਤਰ੍ਹਾਂ ਦੀ ਟੋਪੋਲੋਜੀ ਵਿੱਚ ਸਾਰੇ ਕੰਪਿਊਟਰ ਇੱਕ ਸੈਂਟਰਲ ਡਿਵਾਈਸ ਜਿਸ ਨੂੰ ਹੱਬ ਕਿਹਾ ਜਾਂਦਾ ਹੈ ਨਾਲ ਜੁੜੇ ਹੁੰਦੇ ਹਨ। ਇਹ ਹੱਬ ਰੂਟਰ ਜਾਂ ਸਵਿੱਚ ਵੀ ਹੋ ਸਕਦਾ ਹੈ। ਹੱਬ ਜਾਂ ਸਵਿੱਚ ਇੱਕ ਕੇਂਦਰੀ ਨੋਡ ਹੁੰਦੀ ਹੈ ਜਿਸ ਨਾਲ ਸਾਰੇ ਨੋਡਸ ਜੁੜੇ ਹੁੰਦੇ ਹਨ। ਸਟਾਰ ਟੋਪੋਲੋਜੀ ਵਿੱਚ ਮੌਜੂਦ ਕੰਪਿਊਟਰਾਂ ਦਾ ਇੱਕ ਦੂਜੇ ਨਾਲ ਸਿੱਧੇ ਕੋਈ ਸੰਪਰਕ ਨਹੀਂ ਹੁੰਦਾ। ਇਹ ਹੱਬ ਦੇ ਦੁਆਰਾ ਹੀ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਇਸ ਵਿੱਚ ਨੋਡ ਅਤੇ ਹੱਬ ਵਿਚਲੀ ਘੱਟ ਤੋਂ ਘੱਟ ਦੂਰੀ 100 ਮੀਟਰ ਹੁੰਦੀ ਹੈ। ਸਟਾਰ ਟੋਪੋਲੋਜੀ ਦੇ ਲਾਭ। ਇਸ ਨੂੰ ਤਿਆਰ ਕਰਨਾ ਅਤੇ ਜੋੜਨਾ ਆਸਾਨ ਹੈ। ਇੱਕ ਕੰਪਿਊਟਰ ਦੇ ਫੇਲ ਹੋਣ ਤੇ ਦੂਜੇ ਕੰਪਿਊਟਰ ਤੇ ਕੋਈ ਅਸਰ ਨਹੀਂ ਪੈਂਦਾ। ਇਸ ਵਿੱਚ ਆਸਾਨੀ ਨਾਲ ਇੱਕ ਤੋਂ ਜ਼ਿਆਦਾ ਨੋਡਸ ਜੋੜੇ ਜਾ ਸਕਦੇ ਹਨ। ਨੈਟਵਰਕ ਵਿੱਚ ਸਮੱਸਿਆਵਾਂ ਨੂੰ ਲੱਭਣਾ ਆਸਾਨ ਹੁੰਦਾ ਹੈ। ਸਮੱਸਿਆਵਾਂ ਨੂੰ ਲੱਭ ਕੇ ਠੀਕ ਕਰਨਾ ਵੀ ਆਸਾਨ ਹੁੰਦਾ ਹੈ। ਇਸ ਨੂੰ ਸੈਟਅਪ ਕਰਨਾ ਅਤੇ ਉਸ ਵਿੱਚ ਸੋਧ ਕਰਨੀ ਆਸਾਨ ਹੈ। ਸਟਾਰ ਟੋਪੋਲੋਜੀ ਦੀਆਂ ਹਾਨੀਆਂ। ਹੱਬ ਦੇ ਫੇਲ ਹੋਣ ਤੇ ਪੂਰਾ ਨੈਟਵਰਕ ਫੇਲ ਹੋ ਜਾਂਦਾ ਹੈ। ਇੰਸਟਾਲ ਕਰਨ ਦੀ ਕੀਮਤ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਦੀ ਟੋਪੋਲੋਜੀ ਵਿੱਚ ਨੋਡਸ ਦੀ ਗਿਣਤੀ ਅਤੇ ਯੋਗਤਾ ਕੇਂਦਰੀ ਡਿਵਾਈਸ ਦੀ ਸਮਰੱਥਾ ਤੇ ਨਿਰਭਰ ਕਰਦੀ ਹੈ। ਮੈਸ਼ ਟੋਪੋਲੋਜੀ ਵਿੱਚ ਨੋਡਸ ਨੈਟਵਰਕ ਦੇ ਅੰਦਰ ਹਰੇਕ ਦੂਸਰੇ ਨੋਡਸ ਨਾਲ ਜੁੜੇ ਹੁੰਦੇ ਹਨ ਅਤੇ ਅੱਗੇ ਹਰੇਕ ਕੰਪਿਊਟਰ ਅਤੇ ਨੈਟਵਰਕ ਡਿਵਾਈਸ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਮੈਸ਼ ਟੋਪੋਲੋਜੀ ਫੁੱਲ ਮੈਸ਼ ਟੋਪੋਲੋਜੀ ਜਾਂ ਪਾਰਸ਼ੀਅਲ ਕਨੈਕਟਿਡ ਮੈਸ਼ ਟੋਪੋਲੋਜੀ ਹੋ ਸਕਦੀ ਹੈ। ਫੁੱਲ ਮੈਸ਼ ਟੋਪੋਲੋਜੀ ਨੈਟਵਰਕ ਵਿੱਚ ਪਏ ਹਰੇਕ ਕੰਪਿਊਟਰ ਬਾਕੀ ਦੇ ਸਾਰੇ ਕੰਪਿਊਟਰਾਂ ਨਾਲ ਜੁੜਿਆ ਹੁੰਦਾ ਹੈ। ਪਾਰਸ਼ੀਅਲ ਕਨੈਕਟਿਡ ਮੈਸ਼ ਟੋਪੋਲੋਜੀ ਇਸ ਨੈਟਵਰਕ ਵਿੱਚ ਪਏ ਘੱਟੋ ਘੱਟ ਦੋ ਕੰਪਿਊਟਰ ਬਾਕੀ ਦੇ ਸਾਰੇ ਕੰਪਿਊਟਰਾਂ ਨਾਲ ਜੁੜੇ ਹੁੰਦੇ ਹਨ। ਮੈਸ਼ ਟੋਪੋਲੋਜੀ ਦੇ ਲਾਭ।
ਇੱਕੋ ਸਮੇਂ ਵਿੱਚ ਅਲੱਗ-ਅਲੱਗ ਡਿਵਾਈਸਾਂ ਦੁਆਰਾ ਡਾਟਾ ਭੇਜਿਆ ਜਾ ਸਕਦਾ ਹੈ। ਇਹ ਟੋਪੋਲੋਜੀ ਭਾਰੀ ਟ੍ਰੈਫਿਕ ਨੂੰ ਵੀ ਸਹਿ ਸਕਦੀ ਹੈ। ਜੇਕਰ ਕੋਈ ਵੀ ਹਿੱਸਾ ਫੇਲ ਹੋ ਜਾਂਦਾ ਹੈ ਤਾਂ ਡਾਟਾ ਦੀ ਟ੍ਰਾਂਸਫਰ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਜੇਕਰ ਕੋਈ ਇੱਕ ਨੋਡ ਵੀ ਫੇਲ ਹੋ ਜਾਵੇ ਤਾਂ ਨੈਟਵਰਕ ਦੀ ਟ੍ਰੈਫਿਕ ਨੂੰ ਦੂਜੇ ਨੋਡ ਵੱਲ ਭੇਜਿਆ ਜਾਂਦਾ ਹੈ। ਟੋਪੋਲੋਜੀ ਵਿੱਚ ਕਿਸੇ ਵੀ ਨੋਡ ਨੂੰ ਬਿਨਾਂ ਤੰਗ ਕਰਦੇ ਡਿਸਟਰਬ ਕਰਦੇ ਹੋਏ ਸ਼ੋਧ ਕੀਤੀ ਜਾ ਸਕਦੀ ਹੈ। ਮੈਸ਼ ਟੋਪੋਲੋਜੀ ਦੀਆਂ ਹਾਨੀਆਂ: ਇੰਸਟਾਲ ਅਤੇ ਕੌਨਫਿਗਰ ਕਰਨਾ ਮੁਸ਼ਕਿਲ ਹੈ। ਤਾਰ ਲਾਉਣ ਦੀ ਕੀਮਤ ਜ਼ਿਆਦਾ ਹੁੰਦੀ ਹੈ। ਟਰੀ ਟੋਪੋਲੋਜੀ 2 ਜਾਂ 2 ਤੋਂ ਜ਼ਿਆਦਾ ਸਟਾਰ ਨੈਟਵਰਕ ਦਾ ਮੇਲ ਹੁੰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਸਿੰਗਲ ਨੋਡ ਹੁੰਦੇ ਹਨ ਜੋ ਕਿ ਕੇਂਦਰੀ ਨੋਡ ਨਾਲ ਜੁੜੇ ਹੁੰਦੇ ਹਨ। ਮਲਟੀਪਲ ਸਟਾਰ ਵਿੱਚ ਬਹੁਤ ਸਾਰੇ ਟਰਟਰੀ ਨੋਡਸ ਹੁੰਦੇ ਹਨ ਜੋ ਕਿ 2 ਜਾਂ 2 ਤੋਂ ਜ਼ਿਆਦਾ ਸੈਕੰਡਰੀ ਨੋਡਸ ਨਾਲ ਜੁੜੇ ਹੁੰਦੇ ਹਨ ਅਤੇ ਜੋ ਅੱਗੇ ਟਰੀ ਦੀ ਪ੍ਰਾਇਮਰੀ ਟਰੱਕ ਨੋਡਸ ਨਾਲ ਜੁੜੇ ਹੁੰਦੇ ਹਨ। ਮਾਹਰਾਂ ਅਨੁਸਾਰ ਟਰੀ ਟੋਪੋਲੋਜੀ ਸਟਾਰ ਅਤੇ ਬੱਸ ਟੋਪੋਲੋਜੀ ਦਾ ਮੇਲ ਹੁੰਦਾ ਹੈ, ਜਿੱਥੇ ਬਹੁਤ ਸਾਰੇ ਤੱਤ ਜਾਂ ਪਦਾਰਥ ਸਿੰਗਲ ਲੈਟਰਨ ਕਨੈਕਸ਼ਨ ਦੁਆਰਾ ਜੁੜੇ ਹੁੰਦੇ ਹਨ। ਟਰੀ ਟੋਪੋਲੋਜੀ ਦੇ ਲਾਭ: ਇਹ ਸਟਾਰ ਅਤੇ ਬੱਸ ਟੋਪੋਲੋਜੀ ਦੀ ਐਕਸਟੈਂਸ਼ਨ ਹੈ। ਇਸ ਲਈ ਜਿਹੜੇ ਨੈਟਵਰਕ ਵਿੱਚ ਇਸ ਤਰ੍ਹਾਂ ਦੀ ਟੋਪੋਲੋਜੀ ਮਾਪ ਯੋਗਤਾ ਦੇ ਕਰਕੇ ਲਾਗੂ ਨਹੀਂ ਹੁੰਦੀ, ਉਹਨਾਂ ਲਈ ਟਰੀ ਟੋਪੋਲੋਜੀ ਬਹੁਤ ਵਧੀਆ ਤਰੀਕਾ ਹੈ। ਨੈਟਵਰਕ ਦਾ ਫੈਲਾਅ ਆਸਾਨ ਹੁੰਦਾ ਹੈ। ਇਸ ਵਿੱਚ ਪੂਰੇ ਨੈਟਵਰਕ ਨੂੰ ਸੈਗਮੈਂਟ ਵਿੱਚ ਵੰਡਿਆ ਜਾਂਦਾ ਹੈ ਅਤੇ ਇਸ ਦੀ ਸਾਂਭ ਸੰਭਾਲ ਵੀ ਆਸਾਨ ਹੁੰਦੀ ਹੈ। ਸਮੱਸਿਆ ਨੂੰ ਲੱਭ ਕੇ ਠੀਕ ਕਰਨਾ ਆਸਾਨ ਹੈ। ਜੇਕਰ ਇੱਕ ਹਿੱਸਾ ਖਰਾਬ ਹੋ ਜਾਂਦਾ ਹੈ ਤਾਂ ਬਾਕੀ ਦੂਸਰੇ ਹਿੱਸਿਆਂ ਨੂੰ ਨੁਕਸਾਨ ਨਹੀਂ ਹੁੰਦਾ। ਟਰੀ ਟੋਪੋਲੋਜੀ ਦੀਆਂ ਹਾਨੀਆਂ: ਟਰੀ ਟੋਪੋਲੋਜੀ ਦੀ ਇਸ ਤਰ੍ਹਾਂ ਦੀ ਬਣਤਰ ਕਰਕੇ ਇਹ ਮੁੱਖ ਬਸ ਕੇਵਲ ਤੇ ਨਿਰਭਰ ਕਰਦੀ ਹੈ। ਜੇਕਰ ਇਹ ਟੁੱਟ ਜਾਵੇ ਤਾਂ ਸਾਰਾ ਨੈਟਵਰਕ ਹੀ ਟੁੱਟ ਜਾਂਦਾ ਹੈ। ਜਿੰਨੀਆਂ ਜ਼ਿਆਦਾ ਨੋਡਸ ਵੱਧ ਜਾਂਦੀਆਂ ਹਨ, ਸਾਂਭ ਸੰਭਾਲ ਉਨੀ ਹੀ ਔਖੀ ਹੋ ਜਾਂਦੀ ਹੈ। ਨੈਟਵਰਕ ਵਧਾਉਣ ਦੀ ਸਮਰੱਥਾ ਵਰਤੀ ਗਈ ਕੇਬਲ ਤੇ ਨਿਰਭਰ ਕਰਦੀ ਹੈ। ਟਰੀ ਵਰਗੀ ਬਣਤਰ ਬਣਾਉਣ ਲਈ ਕੇਬਲ ਦਾ ਖਰਚਾ ਜ਼ਿਆਦਾ ਹੁੰਦਾ ਹੈ। ਹਾਈਬ੍ਰਿਡ ਟੋਪੋਲੋਜੀ ਵੀ ਇੱਕ ਤਰ੍ਹਾਂ ਦੀ ਨੈਟਵਰਕ ਟੋਪੋਲੋਜੀ ਹੈ ਜੋ ਕਿ 2 ਜਾਂ 2 ਤੋਂ ਜ਼ਿਆਦਾ ਨੈਟਵਰਕ ਟੋਪੋਲੋਜੀ ਦਾ ਇਸਤੇਮਾਲ ਕਰਦੀ ਹੈ, ਜਿਵੇਂ ਕਿ ਬੱਸ ਟੋਪੋਲੋਜੀ, ਮੈਸ਼ ਟੋਪੋਲੋਜੀ, ਰਿੰਗ ਟੋਪੋਲੋਜੀ, ਸਟਾਰ ਟੋਪੋਲੋਜੀ ਜਾਂ ਟਰੀ ਟੋਪੋਲੋਜੀ। ਇਹ 2 ਜਾਂ 2 ਤੋਂ ਜ਼ਿਆਦਾ ਅਲੱਗ-ਅਲੱਗ ਟੋਪੋਲੋਜੀ ਦਾ ਮਿਸ਼ਰਣ ਹੁੰਦੀਆਂ ਹਨ। ਲਾਭ: ਇਸ ਵਿੱਚ ਸਮੱਸਿਆਵਾਂ ਲੱਭ ਕੇ ਠੀਕ ਕਰਨਾ ਆਸਾਨ ਹੈ, ਜ਼ਿਆਦਾ ਅਸਰਦਾਰ ਹੈ, ਇਸ ਦਾ ਆਕਾਰ ਵੀ ਵਧਾਇਆ ਜਾ ਸਕਦਾ ਹੈ। ਹਾਨੀਆਂ: ਇਸ ਦੀ ਬਣਤਰ ਗੁੰਝਲਦਾਰ ਹੁੰਦੀ ਹੈ, ਇਸ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਡਾਟਾ ਕਮਿਊਨੀਕੇਸ਼ਨ ਕੀ ਹੈ? ਜਦੋਂ 2 ਜਾਂ 2 ਤੋਂ ਜ਼ਿਆਦਾ ਕੰਪਿਊਟਰਾਂ ਵਿਚਕਾਰ ਸੰਚਾਰ ਮਾਧਿਅਮ ਰਾਹੀਂ ਆਪਸ ਵਿੱਚ ਡਾਟਾ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ, ਇਸ ਨੂੰ ਡਾਟਾ ਕਮਿਊਨੀਕੇਸ਼ਨ ਕਿਹਾ ਜਾਂਦਾ ਹੈ। ਜੋ ਯੰਤਰ ਜਾਂ ਡਿਵਾਈਸ ਸੂਚਨਾ ਨੂੰ ਤਿਆਰ ਕਰਦਾ ਹੈ ਅਤੇ ਭੇਜਦਾ ਹੈ ਉਸ ਨੂੰ ਸਕੈਂਡਰ ਕਿਹਾ ਜਾਂਦਾ ਹੈ। ਜੋ ਯੰਤਰ ਜਾਂ ਡਿਵਾਈਸ ਭੇਜਿਆ ਹੋਇਆ ਡਾਟਾ ਪ੍ਰਾਪਤ ਕਰਦੇ ਹਨ ਉਸ ਨੂੰ ਰਿਸੀਵਰ ਕਿਹਾ ਜਾਂਦਾ ਹੈ। ਡਾਟਾ ਸੰਚਾਰ ਲਈ 3 ਸ਼ਰਤਾਂ ਮੰਨੀਆਂ ਜ਼ਰੂਰੀ ਹੁੰਦੀਆਂ ਹਨ। ਡਿਲੀਵਰੀ: ਨੈਟਵਰਕ ਪਹੁੰਚ ਸਥਾਨ ਤੱਕ ਡਾਟਾ ਨੂੰ ਸਹੀ ਢੰਗ ਨਾਲ ਭੇਜ ਸਕਦਾ ਹੈ। ਐਕੂਰੇਸੀ: ਡਾਟਾ ਸੰਚਾਰ ਦੋਸ਼ ਮੁਕਤ ਹੋਣਾ ਚਾਹੀਦਾ ਹੈ। ਸਮੇਂ ਦੀ ਪਾਬੰਦੀ: ਡਾਟਾ ਪਹੁੰਚ ਸਥਾਨ ਤੱਕ ਬਿਨਾਂ ਕਿਸੇ ਦੇਰੀ ਤੇ ਪਹੁੰਚ ਜਾਣੇ ਚਾਹੀਦੇ ਹਨ। ਡਾਟਾ ਕਮਿਊਨੀਕੇਸ਼ਨ ਦੇ ਹਿੱਸੇ: ਸੈਂਡਰ ਸੂਚਨਾ ਨੂੰ ਤਿਆਰ ਕਰਦਾ ਹੈ ਤੇ ਅੱਗੇ ਭੇਜਦਾ ਹੈ। ਮਾਧਿਅਮ: ਇਹ ਸੂਚਨਾ ਨੂੰ ਸੈਂਡਰ ਤੋਂ ਰਿਸੀਵਰ ਤੱਕ ਲੈ ਜਾਂਦਾ ਹੈ। ਰਿਸੀਵਰ ਸੂਚਨਾ ਪ੍ਰਾਪਤ ਕਰਦਾ ਹੈ। ਪ੍ਰੋਟੋਕੋਲ: ਇਹ ਨਿਯਮ ਹੁੰਦੇ ਹਨ ਜਿਨ੍ਹਾਂ ਰਾਹੀਂ ਸੈਂਡਰ ਅਤੇ ਰਿਸੀਵਰ ਵਿਚਕਾਰ ਡਾਟਾ ਸੰਚਾਰ ਹੁੰਦਾ ਹੈ। ਡਾਟਾ ਟਰਾਂਸਮਿਸ਼ਨ ਦੇ ਤਰੀਕੇ: ਡਾਟਾ ਟਰਾਂਸਮਿਸ਼ਨ ਦੇ ਤਰੀਕੇ ਤੋਂ ਮਤਲਬ ਹੈ ਕਿ ਸੈਂਡਰ ਅਤੇ ਰਿਸੀਵਰ ਵਿਚਕਾਰ ਡਾਟਾ ਕਿਵੇਂ ਫਲੋ ਕਰਦਾ ਹੈ। ਡਾਟਾ ਭੇਜਣ ਦੇ ਤਰੀਕੇ ਹੇਠਾਂ ਲਿਖੇ ਅਨੁਸਾਰ ਹਨ। ਸਿੰਪਲੈਕਸ: ਇਸ ਵਿੱਚ ਸੰਚਾਰ ਇੱਕ ਦਿਸ਼ਾਵੀ ਹੁੰਦਾ ਹੈ। ਇਸ ਵਿੱਚ ਸੂਚਨਾ ਸਿਰਫ ਇੱਕ ਹੀ ਦਿਸ਼ਾ ਵਿੱਚ ਜਾ ਸਕਦੀ ਹੈ ਤੇ ਇਸ ਦੇ ਉਲਟ ਸੰਭਵ ਨਹੀਂ। ਮੈਸੇਜ ਭੇਜਣ ਵਾਲਾ ਸੋਰਸ ਟਰਾਂਸਮੀਟਰ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਰਿਸੀਵਰ ਨੂੰ ਡਾਟਾ ਚੈਨਲ ਦੁਆਰਾ ਮੈਸੇਜ ਭੇਜਦਾ ਹੈ। ਰਿਸੀਵਰ ਉਹ ਥਾਂ ਹੈ ਜਿੱਥੇ ਮੈਸੇਜ ਪਹੁੰਚਦਾ ਹੈ, ਉਦਾਹਰਨ ਟੈਲੀਫੋਨ ਕਮਿਊਨੀਕੇਸ਼ਨ। ਹਾਫ ਡੁਪਲੈਕਸ: ਇਸ ਵਿੱਚ ਸੂਚਨਾ ਦੋਵਾਂ ਦਿਸ਼ਾਵਾਂ ਵਿੱਚ ਜਾ ਸਕਦੀ ਹੈ ਪਰੰਤੂ ਉਹ ਇੱਕੋ ਸਮੇਂ ਵਿੱਚ ਨਹੀਂ ਹੁੰਦੀ। ਦੂਸਰੇ ਸ਼ਬਦਾਂ ਵਿੱਚ ਜੇਕਰ ਇੱਕ ਸਿਸਟਮ ਕੋਈ ਸੂਚਨਾ ਭੇਜ ਰਿਹਾ ਹੈ ਤਾਂ ਦੂਸਰਾ ਸਿਰਫ ਪ੍ਰਾਪਤ ਕਰ ਸਕਦਾ ਹੈ, ਭੇਜ ਨਹੀਂ ਸਕਦਾ। ਉਦਾਹਰਨ ਵਜੋਂ ਵਾਕੀ ਟਾਕੀ ਸਿਸਟਮ ਜੋ ਕਿ ਪੁਲਿਸ ਅਤੇ ਫੌਜੀਆਂ ਦੁਆਰਾ ਵਰਤਿਆ ਜਾਂਦਾ ਹੈ। ਫੁੱਲ ਡੁਪਲੈਕਸ: ਇਸ ਵਿੱਚ ਸੂਚਨਾ ਇੱਕੋ ਸਮੇਂ ਉੱਤੇ ਦੋਨਾਂ ਦਿਸ਼ਾਵਾਂ ਵਿੱਚ ਸੰਚਾਰ ਹੋ ਸਕਦੀ ਹੈ। ਇਹ ਤੇਜ਼ ਸੰਚਾਰ ਪ੍ਰਣਾਲੀ ਪ੍ਰਦਾਨ ਕਰਵਾਉਂਦੀ ਹੈ। ਕਮਿਊਨੀਕੇਸ਼ਨ ਚੈਨਲ: ਇਹ
ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਡਾਟਾ ਦੇ ਸੰਚਾਰ ਲਈ ਮੀਡੀਅਮ ਜਾਂ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਨੂੰ ਕਮਿਊਨੀਕੇਸ਼ਨ ਚੈਨਲ ਕਿਹਾ ਜਾਂਦਾ ਹੈ। ਇਹ ਦੋ ਤਰ੍ਹਾਂ ਦੇ ਮਾਧਿਅਮ ਦੀ ਵਰਤੋਂ ਕਰਦੇ ਹਨ, ਕੇਬਲ ਟਵਿਸਟਿਡ ਪੇਅਰ ਕੇਬਲ ਅਤੇ ਆਪਟੀਕਲ ਫਾਈਬਰ ਕੇਬਲ ਅਤੇ ਬ੍ਰੌਡਕਾਸਟ, ਜਿਵੇਂ ਕਿ ਮਾਈਕ੍ਰੋਵੇਵ, ਸੈਟੇਲਾਈਟ ਰੇਡੀਓ ਜਾਂ ਇਨਫਰਾਰੈਡ। ਕੰਪਿਊਟਰ ਨੈਟਵਰਕ ਕਈ ਕਿਸਮਾਂ ਦੇ ਹੁੰਦੇ ਹਨ। ਕੰਪਿਊਟਰ ਨੈਟਵਰਕ ਉਹਨਾਂ ਦੇ ਆਕਾਰ ਅਤੇ ਉਹਨਾਂ ਨੂੰ ਵਰਤਣ ਦੇ ਤਰੀਕੇ ਦੇ ਅਨੁਸਾਰ ਅਲੱਗ-ਅਲੱਗ ਸ਼੍ਰੇਣੀਆਂ ਵਿੱਚ ਵੰਡੇ ਜਾ ਸਕਦੇ ਹਨ। ਨੈਟਵਰਕ ਦਾ ਆਕਾਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਭੂਗੋਲਿਕ ਖੇਤਰ ਵਿੱਚ ਬਣਿਆ ਅਤੇ ਕਿੰਨੇ ਕੰਪਿਊਟਰ ਉਸ ਨੈਟਵਰਕ ਦਾ ਹਿੱਸਾ ਹਨ। ਇੱਕ ਨੈਟਵਰਕ ਕਮਰੇ ਵਿੱਚ ਰੱਖੀਆਂ ਕੁਝ ਡਿਵਾਈਸ ਜਾਂ ਫਿਰ ਪੂਰੇ ਵਿਸ਼ਵ ਵਿੱਚ ਫੈਲੀਆਂ ਲੱਖਾਂ ਡਿਵਾਈਸਿਸ ਸ਼ਾਮਲ ਹੋ ਸਕਦੀਆਂ ਹਨ। ਇੱਕ ਨੈਟਵਰਕ ਇਸ ਦੇ ਆਧਾਰ ਗੁੰਝਲਤਾ, ਵੰਡ ਖੇਤਰ ਦੇ ਆਧਾਰ ਅਤੇ ਵੱਡਾ ਜਾਂ ਛੋਟਾ ਹੋ ਸਕਦਾ ਹੈ। ਵੰਡ ਖੇਤਰ ਦੇ ਆਧਾਰ 'ਤੇ ਨੈਟਵਰਕ ਦੇ 4 ਭਾਗ ਹਨ: ਪੇਨ ਜਾਂ ਪਰਸਨਲ ਏਰੀਆ ਨੈਟਵਰਕ, ਲੇਨ ਲੋਕਲ ਏਰੀਆ ਨੈਟਵਰਕ, ਮੇਨ ਮੈਟਰੋਪੋਲੀਟਨ ਏਰੀਆ ਨੈਟਵਰਕ, ਵੇਨ ਜਾਂ ਵਾਈਡ ਏਰੀਆ ਨੈਟਵਰਕ। ਪਰਸਨਲ ਏਰੀਆ ਨੈਟਵਰਕ ਜਾਂ ਪੇਨ ਉਹ ਕੰਪਿਊਟਰ ਨੈਟਵਰਕ ਹੈ ਜੋ ਕਿ ਬਿਲਡਿੰਗ ਜਾਂ ਇਕੱਲੇ ਵਿਅਕਤੀ ਦੇ ਆਲੇ ਦੁਆਲੇ ਲੱਗਿਆ ਹੁੰਦਾ ਹੈ। ਇਹ ਛੋਟੇ ਦਫ਼ਤਰ ਜਾਂ ਰਿਹਾਇਸ਼ ਦੇ ਅੰਦਰ ਹੋ ਸਕਦਾ ਹੈ। ਪਰਸਨਲ ਏਰੀਆ ਨੈਟਵਰਕ ਨੂੰ ਕੇਬਲ ਦੇ ਨਾਲ ਜਾਂ ਬਿਨਾਂ ਤਾਰ ਤੋਂ ਬਣਾਇਆ ਜਾਂਦਾ ਹੈ। ਇਹ ਇਨਫੋਰਮੇਸ਼ਨ ਟੈਕਨੋਲੋਜੀ ਜਾਂ ਗੈਜੇਟ ਜਿਵੇਂ ਕਿ ਲੈਪਟਾਪ, ਕੰਪਿਊਟਰ, PDA, ਸੈੱਲਫੋਨ, ਪ੍ਰਿੰਟਰ ਆਦਿ ਦਾ ਆਪਸੀ ਸੰਬੰਧ ਹੁੰਦਾ ਹੈ। ਇਹ ਹਰ ਵਰਤਣ ਵਾਲੇ ਦੇ 10 ਮੀਟਰ ਦੇ ਦਾਇਰੇ ਦੇ ਅੰਦਰ ਹੁੰਦਾ ਹੈ। ਲੋਕਲ ਏਰੀਆ ਨੈਟਵਰਕ ਦੀ ਵਰਤੋਂ ਕੰਪਿਊਟਰ ਯੰਤਰਾਂ ਦੇ ਵਿਚਕਾਰ ਸੰਚਾਰ ਲਈ ਕੀਤੀ ਜਾਂਦੀ ਹੈ, ਜੋ ਕਿ ਇੱਕ ਦਫ਼ਤਰ ਦੀ ਬਿਲਡਿੰਗ ਜਾਂ ਘਰ ਵਿੱਚ ਹੁੰਦੇ ਹਨ। ਲੇਨ ਦੁਆਰਾ ਅਸੀਂ ਕਈ ਸਰੋਤਾਂ ਜਿਵੇਂ ਕਿ ਫਾਈਲਾਂ ਜਾਂ ਹਾਰਡਵੇਅਰ ਡਿਵਾਈਸ ਦੀ ਸਾਂਝ ਕਰ ਸਕਦੇ ਹਾਂ, ਜਿਨ੍ਹਾਂ ਦੀ ਬਹੁਤ ਸਾਰੇ ਯੂਜ਼ਰਾਂ ਨੂੰ ਜ਼ਰੂਰਤ ਪੈਂਦੀ ਹੈ। ਇਹ ਆਕਾਰ ਵਿੱਚ ਸੀਮਿਤ ਹੁੰਦੇ ਹਨ, ਕੁਝ 100 ਮੀਟਰ ਅਤੇ 1 ਮੀਲ ਤੋਂ ਘੱਟ। ਇਹ ਤੇਜ਼ ਹੁੰਦਾ ਹੈ, ਜਿਸ ਦੀ ਸਪੀਡ 10 MBs ਤੋਂ 10 GPS ਤੱਕ ਹੁੰਦੀ ਹੈ। ਇਸ ਵਿੱਚ ਘੱਟ ਤਾਰ ਦੀ ਲੋੜ ਪੈਂਦੀ ਹੈ। ਹਰੇਕ ਡਿਵਾਈਸ ਨਾਲ ਇੱਕੋ ਹੀ ਕੇਬਲ ਜੁੜੀ ਹੁੰਦੀ ਹੈ। ਇਸ ਦੀ ਮੇਨ ਜਾਂ ਵੈਨ ਦੇ ਮੁਕਾਬਲੇ ਕੀਮਤ ਘੱਟ ਹੁੰਦੀ ਹੈ। ਲੇਨ ਤਾਰ ਜਾਂ ਬਿਨਾਂ ਤਾਰ ਦੇ ਹੋ ਸਕਦੇ ਹਨ। ਤਾਰ ਵਾਲੇ ਲੇਨ ਵਿੱਚ ਟਵਿਸਟਿਡ ਪੇਅਰ, ਕੋਕਸ ਜਾਂ ਆਪਟੀਕਲ ਫਾਈਬਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬੱਸ, ਰਿੰਗ ਜਾਂ ਸਟਾਰ ਟੋਪੋਲੋਜੀ ਲਈ ਢੁਕਵੀਂ ਹੁੰਦੀ ਹੈ। ਜ਼ਿਆਦਾਤਰ ਇਸ ਵਿੱਚ ਕੋਐਕਸੀਅਲ ਕੇਬਲ, ਟਵਿਸਟਿਡ ਪੇਅਰ ਅਤੇ ਆਪਟੀਕਲ ਫਾਈਬਰ ਆਦਿ ਟਰਾਂਸਮਿਸ਼ਨ ਮੀਡੀਆ ਵਜੋਂ ਵਰਤੇ ਜਾਂਦੇ ਹਨ। ਮੈਟਰੋਪੋਲੀਟਨ ਏਰੀਆ ਨੈਟਵਰਕ ਇਹ ਸ਼ਹਿਰਾਂ, ਕਾਲਜ, ਕੈਂਪਸ ਅਤੇ ਵੱਡੇ ਖੇਤਰਾਂ ਜਿਵੇਂ ਕਿ ਕੇਬਲ TV ਨੈਟਵਰਕ ਵਿੱਚ ਵੰਡਿਆ ਹੁੰਦਾ ਹੈ। ਇਹ ਵੀ ਸਿੰਗਲ ਹੁੰਦਾ ਹੈ। ਇਸ ਵਿੱਚ ਕਈ ਲੇਨ ਆਪਸ ਵਿੱਚ ਜੁੜੇ ਹੁੰਦੇ ਹਨ। ਮੇਨ ਲੇਨ ਨਾਲੋਂ ਵੱਡੇ ਭੂਗੋਲਿਕ ਖੇਤਰ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਰੇਂਜ ਬਹੁਤ ਸਾਰੀਆਂ ਬਿਲਡਿੰਗਾਂ ਨੂੰ ਮਿਲਾ ਕੇ ਪੂਰੇ ਸ਼ਹਿਰ ਤੱਕ ਫੈਲੀ ਹੁੰਦੀ ਹੈ। ਮੈਨ ਨੂੰ ਇੱਕੋ ਸੰਸਥਾ ਦੁਆਰਾ ਚਲਾਇਆ ਜਾਂਦਾ ਹੈ। ਮੇਨ ਇੱਕ ਤੇਜ਼ ਰਫ਼ਤਾਰ ਨੈਟਵਰਕ ਦੀ ਤਰ੍ਹਾਂ ਕੰਮ ਕਰਦਾ ਹੈ। ਇਹ 5 ਤੋਂ 50 km ਡਾਇਆਮੀਟਰ ਤੱਕ ਦਾ ਦਾਇਰਾ ਤੈਅ ਕਰਦਾ ਹੈ। ਉਦਾਹਰਣ ਟੈਲੀਫੋਨ ਨੈਟਵਰਕ ਵਾਲੀਆਂ ਕੰਪਨੀਆਂ ਜੋ ਕਿ ਤੇਜ਼ ਰਫ਼ਤਾਰ ਵਾਲਾ DSL ਅਤੇ ਕੇਬਲ TV ਨੈਟਵਰਕ ਪ੍ਰਦਾਨ ਕਰਦੀਆਂ ਹਨ। ਵਾਈਡ ਏਰੀਆ ਨੈਟਵਰਕ ਇੱਕ ਬਹੁਤ ਵੱਡੇ ਭੂਗੋਲਿਕ ਖੇਤਰ ਵਿੱਚ ਫੈਲਿਆ ਹੋਇਆ ਹੁੰਦਾ ਹੈ, ਜਿਵੇਂ ਕਿ ਇੱਕ ਦੇਸ਼, ਮਹਾਂਦੀਪ ਜਾਂ ਸਾਰੀ ਦੁਨੀਆ। ਵੇਨ ਵਿੱਚ ਬਹੁਤ ਸਾਰੇ ਛੋਟੇ-ਛੋਟੇ ਨੈਟਵਰਕ ਹੁੰਦੇ ਹਨ, ਜਿਵੇਂ ਕਿ ਲੈਨ ਜਾਂ ਮੈਨ। ਇਸ ਨੈਟਵਰਕ ਵਿੱਚ ਟੈਲੀਫੋਨ ਲਾਈਨਾਂ, ਲਾਈਟ, ਮਾਈਕ੍ਰੋਵੇਵ ਵਰਗੇ ਮੀਡੀਆ ਵਰਤੇ ਜਾਂਦੇ ਹਨ। ਇਹ ਸਾਰੇ ਸੰਚਾਰ ਮਾਧਿਅਮ ਜਾਂ ਮੀਡੀਆ ਰੂਟਰ ਨਾਲ ਲਿੰਕ ਕੀਤੇ ਜਾਂਦੇ ਹਨ। ਰੂਟਰ ਇੱਕ ਯੰਤਰ ਹੈ ਜੋ ਕਿ ਸੈਂਡਰ ਤੋਂ ਰਿਸੀਵਰ ਤੱਕ ਦਾ ਰਸਤਾ ਪਤਾ ਕਰਦਾ ਹੈ। ਵੈਨ ਦੁਨੀਆ ਦਾ ਸਭ ਤੋਂ ਪ੍ਰਸਿੱਧ ਨੈਟਵਰਕ ਹੈ।